ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਸੂਖ ਨਾ ਇਹ ਜੁਗ, ਕਰੇ ਜੋ ਬਹੁਤੈ ਮੀਤ। ਜੋ ਚਿਤ ਰਾਖੇ ਏਕ ਸਿਉ, ਤੇ ਸੁਖ ਪਾਵੇਂ ਨੀਤ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ। ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਰਾਮ ਪਦਾਰਥ ਪਾਏ ਕੈ, ਕਬੀਰਾ ਗਾਂਠ ਨ ਖੋਲ। ਨਹੀਂ ਪਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਕਬੀਰ ਤਾਂ ਸਿਉ ਪ੍ਰੀਤ ਕਰ, ਜਾਂ ਕੋ ਠਾਕੁਰ ਰਾਮ। ਪੰਡਤ ਰਾਜੇ ਭੂਪਤੀ, ਆਵੇਂ ਕੌਨੇ ਕਾਮ। ਕਬੀਰ ਪ੍ਰੀਤ ਇਕ ਸਿਉ ਕੀਏ, ਆਨ ਦੁਬਦਾ ਜਾਏ। ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰ ਮੁੰਡਾਏ। ਕਬੀਰ ਪ੍ਰੀਤ ਇਕ ਸਿਉ ਕੀਏ, ਆਨ ਦੁਬਦਾ ਜਾਏ। ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰ ਮੁੰਡਾਏ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਦਸ਼ਮੇਸ਼ ਪਾਤਸ਼ਾਹ ਪੁੱਤਰਾਂ ਦੇ ਦਾਨੀ ਸ਼ਾਹੀ ਸ਼ਹਿਨਸ਼ਾਹ ਮਾਲਕ ਜੀ ਦੇ ਪਾਵਨ ਚਰਨਾਂ ਵਿੱਚ ਆਪਣਾ ਸੀਸ ਨਵਾਈਏ। ਅਸੀਸ ਬਖਸ਼ੀਸ਼ ਪਾਵਨ ਗੁਰੂ ਫਤਿਹ ਦੇ ਨਾਲ ਸਾਂਝ ਪਾ ਕੇ ਸ਼੍ਰੋਮਣੀ ਭਗਤ ਧੰਨ ਧੰਨ ਬਾਬਾ ਕਬੀਰ ਸਾਹਿਬ ਜੀ, ਉਹਨਾਂ ਦੇ ਮੁਬਾਰਕ ਇਲਾਹੀ ਸ਼ਲੋਕਾਂ ਦੇ ਨਾਲ ਆਪਣਾ ਚਿੱਤ ਜੋੜੀਏ। ਪਿਆਰ ਨਾਲ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 21 ਨੰਬਰ ਤੋਂ ਲੈ ਕੇ 25 ਨੰਬਰ ਸ਼ਲੋਕਾਂ ਤੱਕ ਆਪ ਜੀ ਨੇ ਪਾਠ ਸਰਵਣ ਕੀਤਾ ਹੈ। ਇਸ ਤੋਂ ਪਹਿਲਾਂ ਅਸੀਂ 4 ਪਾਠ ਕੀਤੇ ਨੇ। ਇਹ ਸਾਡੀ ਇਸੇ ਲੜੀ ਦਾ 5ਵਾਂ ਪਾਠ ਹੈ, 5ਵਾਂ ਹਿੱਸਾ ਹੈ, ਜਿਹਦੇ ਵਿੱਚ ਅਸੀਂ 5 ਸ਼ਲੋਕ ਕਬੀਰ ਸਾਹਿਬ ਦੇ ਲਏ ਨੇ, ਜਿਨ੍ਹਾਂ ਦੀ ਵਿਚਾਰ ਅਸੀਂ ਅੱਜ ਕਰਾਂਗੇ। ਕਬੀਰ ਸਾਹਿਬ ਨੇ ਇਹਨਾਂ ਸ਼ਲੋਕਾਂ ਦੇ ਵਿੱਚ 2 ਬੜੀਆਂ ਪਿਆਰੀਆਂ ਗੱਲਾਂ ਕੀਤੀਆਂ ਨੇ। ਇੱਕ ਗੱਲ ਕਰਦੇ ਨੇ ਉਹ ਦੁਨਿਆਵੀ ਮੋਹ ਦੀ, ਇੱਕ ਗੱਲ ਕਰਦੇ ਨੇ ਉਹ ਦੁਬਦਾ ਦੀ। ਜਦੋਂ ਕਬੀਰ ਸਾਹਿਬ ਦੁਨਿਆਵੀ ਮੋਹ ਦੀ ਗੱਲ ਕਰਦੇ ਹੈ ਤਾਂ ਉਹ ਵਿਚਾਰ ਦਿੰਦੇ ਨੇ ਕਿ ਅਸੀਂ ਆਪਣੇ ਪਰਿਵਾਰ ਦੇ ਮੋਹ ਵਿੱਚ ਬਹੁਤ ਵਾਰ ਐਸੇ ਅੰਨੇ ਹੋ ਜਾਂਦੇ ਹਾਂ, ਸਾਨੂੰ ਉਸ ਤੋਂ ਅੱਗੇ ਕੁਝ ਹੋਰ ਦਿਸਦਾ ਹੀ ਨਹੀਂ ਹੈ। ਸਾਨੂੰ ਇਸ ਤਰ੍ਹਾਂ ਦਿਸਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਸਾਡਾ ਪਰਿਵਾਰ ਹੀ ਸਾਰਾ ਕੁਝ ਹੈ, ਇਸ ਤੋਂ ਅੱਗੇ ਹੋਰ ਕੁਝ ਨਹੀਂ ਹੈ। ਔਰ ਬਹੁਤ ਵਾਰ ਇਨਸਾਨ ਆਪਣੇ ਪਰਿਵਾਰ ਦੀ ਖਾਤਰ ਐਸੇ ਕੁਕਰਮ ਕਰ ਜਾਂਦਾ ਹੈ, ਐਸੇ ਮਾੜੇ ਕੰਮ ਕਰ ਜਾਂਦਾ ਹੈ, ਜਿਨ੍ਹਾਂ ਦਾ ਭੁਗਤਾਨ ਵੀ ਇਨਸਾਨ ਨੂੰ ਬਾਅਦ ਵਿੱਚ ਵਿਆਜ ਉੱਪਰ ਪਾ ਕੇ ਦੇਣਾ ਪੈਂਦਾ ਹੈ। ਔਰ ਗੁਰਬਾਣੀ ਨੇ ਇਸ ਗੱਲ ਦਾ ਫੈਸਲਾ ਵੀ ਕੀਤਾ ਹੈ।
ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ। ਮੇਰੇ ਮਨ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿਲੀਜੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਗੁਰੂ ਰਾਮਦਾਸ ਸਾਹਿਬ ਦੀ। ਗੁਰੂ ਰਾਮਦਾਸ ਸਾਹਿਬ ਨੇ ਵੀ ਆਪਣੀ ਬਾਣੀ ਦੇ ਵਿੱਚ ਪਰਿਵਾਰ ਦੀ, ਸੰਸਾਰ ਦੀ, ਰਿਸ਼ਤੇਦਾਰਾਂ ਦੀ, ਸੱਜਣਾ ਦੀ, ਮਿੱਤਰਾਂ ਦੀ, ਦੋਸਤਾਂ ਦੀ ਗੱਲ ਕੀਤੀ ਹੈ। ਲੇਕਿਨ ਉੱਥੇ ਨਾਲ ਦੀ ਨਾਲ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਇਹ ਵੀ ਕਹਿ ਦਿੱਤਾ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਸਦੀਵ ਸਾਥ ਨਿਭਣ ਵਾਲਾ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਮੋਹ ਦੀ ਗੱਲ ਕੀਤੀ ਤਾਂ ਉਹਨਾਂ ਨੇ ਕਹਿ ਦਿੱਤਾ ਵੀ ਸਾਰੇ ਆਪੋ ਆਪਣੇ ਸਵਾਰਥ ਦੇ ਨਾਲ ਤੇਰੇ ਜੁੜੇ ਹੋਏ ਨੇ ਤੇਰੇ ਨਾਲ, ਪਰ ਇਹ ਕੇਵਲ ਸਵਾਰਥ ਤੱਕ ਸੀਮਤ ਹੈ ਰਿਸ਼ਤੇ। ਬਾਬਾ ਕਬੀਰ ਸਾਹਿਬ ਦੇ ਜੀਵਨ ਦੀ ਹੀ ਆਪਣੀ ਇੱਕ ਬੜੀ ਪਿਆਰੀ ਘਟਨਾ ਆਉਂਦੀ ਹੈ, ਜਦੋਂ ਕਬੀਰ ਸਾਹਿਬ ਨੇ ਇੱਕ ਇਨਸਾਨ ਨੂੰ ਕਿਹਾ ਸੀ ਕਿ ਇਕੱਲੇ ਪਰਿਵਾਰ ਤੱਕ ਨਹੀਂ, ਸਾਨੂੰ ਆਪਣੀ ਸੋਚ ਨੂੰ ਨਿਰੰਕਾਰ ਦੀ ਉਡਾਰੀ ਤੱਕ ਲੈ ਕੇ ਜਾਣ ਦੀ ਲੋੜ ਹੈ। ਹੁਣ ਉਹ ਜਿਹੜੀ ਉਡਾਰੀ ਹੈ ਉਹ ਹਰ ਇਨਸਾਨ ਨਹੀਂ ਭਰ ਸਕਦਾ ਹੈ, ਪਰ ਜਿਹੜਾ ਭਰ ਸਕਦਾ ਹੈ ਉਹਨੂੰ ਪਤਾ ਹੈ ਕਿ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਮੈਂ ਆਪਣੀ ਜ਼ਿੰਦਗੀ ਦਾ ਰਸ ਵੀ ਮੰਨਣਾ ਹੈ, ਰਸ ਵੀ ਲੈਣਾ ਹੈ। ਮੈਂ ਇੱਕ ਭੌਰੇ ਦੀ ਤਰ੍ਹਾਂ ਆਪਣੀ ਜ਼ਿੰਦਗੀ ਜਿਉਣੀ ਹੈ, ਫੁੱਲਾਂ ਦਾ ਰਸ ਵੀ ਚੂਸਣਾ ਹੈ, ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ। ਕਬੀਰ ਸਾਹਿਬ ਆਮ ਕਰਕੇ ਉਹਨੂੰ ਇਹ ਗੱਲ ਕਿਹਾ ਕਰਦੇ ਸੀ ਕਿ ਨਿਰੰਕਾਰ ਦਾ ਨਾਮ ਜਪਿਆ ਕਰ, ਤੇ ਉਹਨੇ ਕਿਹਾ ਅੱਗੋਂ ਇਹ ਗੱਲ ਕਹਿਣੀ, ਮੇਰਾ ਪਰਿਵਾਰ ਹੀ ਮੇਰੇ ਲਈ ਰੱਬ ਹੈ। ਕਬੀਰ ਸਾਹਿਬ ਨੂੰ ਇਹ ਗੱਲ ਨਾ ਚੰਗੀ ਲੱਗੀ, ਉਹਨਾਂ ਨੇ ਇੱਕ ਦਿਨ ਕੌਤਕ ਰਚਾਇਆ, ਕਹਿੰਦੇ ਪਰਿਵਾਰ ਰੱਬ ਨਹੀਂ ਹੋ ਸਕਦਾ, ਪਰਿਵਾਰ ਇੱਕ ਜ਼ਿੰਮੇਵਾਰੀ ਹੈ ਤੇਰੀ, ਨਿਭਾ, ਪਰ ਉਹਦੇ ਨਾਲ ਨਾਲ ਆਪਣੀ ਜ਼ਿੰਦਗੀ ਦਾ ਮਾਇਨਾ ਨਾ ਭੁੱਲ। ਕਬੀਰ ਸਾਹਿਬ ਨੇ ਇੱਕ ਬੜਾ ਪਿਆਰਾ ਜਿਹਾ ਕੌਤਕ ਰਚਾਇਆ, ਕਹਿੰਦੇ ਮੈਂ ਤੇਰੇ ਪਰਿਵਾਰ ਦੀ ਅਸਲੀਅਤ ਤੈਨੂੰ ਦੱਸਣਾ ਚਾਹਾਂਗਾ। ਅੱਜ ਘਰ ਜਾਈ, ਘੰਟਾ 2 ਘੰਟੇ ਮੰਜੇ ਤੋਂ ਨਾ ਹਿੱਲੀ, ਜੇ ਤੈਨੂੰ ਆ ਕੇ ਟੱਚ ਕਰਨ ਦੇਖਣ ਤੇ ਸਰੀਰ ਅਕੜਾ ਲਵੀਂ, ਸਾਹ ਬੰਦ ਕਰ ਲਵੀਂ, 2-4 ਮਿੰਟਾਂ 'ਚ ਪਤਾ ਲੱਗ ਜਾਣਾ ਤੈਨੂੰ। ਡਰਾਮਾ ਕਰੀ ਵੀ ਮੈਂ ਮਰ ਗਿਆ, ਮੈਂ ਹੈ ਨਹੀਂ ਦੁਨੀਆ ਦੇ ਵਿੱਚ, ਫਿਰ ਦੇਖਦੇ, ਫਿਰ ਮੈਂ ਆਵਾਂਗਾ। ਉਦਾਂ ਹੀ ਹੋਇਆ, ਚਾਰੇ ਪਾਸੇ ਰੌਲਾ ਪੈ ਗਿਆ, ਫਲਾਣਾ ਮਰ ਗਿਆ। ਕਬੀਰ ਸਾਹਿਬ ਜੀ ਵੀ ਜਾ ਪਹੁੰਚੇ ਉੱਥੇ। ਕਬੀਰ ਸਾਹਿਬ ਜੀ ਜਦੋਂ ਪਹੁੰਚੇ ਤਾਂ ਕਬੀਰ ਸਾਹਿਬ ਨੇ ਜਾ ਕੇ ਉਹਨਾਂ ਨੂੰ ਕਿਹਾ ਵੀ ਜੇ ਇਹਨਾਂ ਨੂੰ ਮੈਂ ਜਿਉਂਦਾ ਕਰ ਦੇਵਾਂ ਤਾਂ ਫਿਰ। ਉਹ ਕਹਿੰਦੇ ਤੁਹਾਡੇ ਮੂੰਹ ਵਿੱਚ ਘਿਓ ਸ਼ੱਕਰ, ਅੰਨਾ ਕੀ ਭਾਲੇ 2 ਅੱਖੀਆਂ, ਜੇ ਜਿਉਂਦਾ ਕਰ ਦੋ ਹੋਰ ਕੀ ਚਾਹੀਦਾ। ਤੇ ਕਬੀਰ ਸਾਹਿਬ ਕਹਿੰਦੇ ਇਹਦੇ ਵੱਟੇ ਇੱਕ ਜਾਨ ਦੇਣੀ ਪੈਣੀ। ਪਤਨੀ ਨੂੰ ਆਖਿਆ ਤੂੰ ਉੱਠ, ਆ ਮੇਰੇ ਕੋਲ ਨਾ ਇੱਕ ਭਾਂਡੇ ਵਿੱਚ ਪਾਣੀ ਹੈ, ਇਹ ਤੂੰ ਪੀ ਲਾ, ਤੂੰ ਜਦੋਂ ਪੀਏਗੀ ਤੇਰੀ ਆਤਮਾ ਉਹਦੇ ਚਲੀ ਜਾਣੀ, ਤੂੰ ਮਰ ਜਾਣਾ। ਆਪਣੇ ਪਤੀ ਨੂੰ ਆਪਣੀ ਜਿੰਦ ਦੇ ਦੇ। ਅੱਗੋਂ ਨੇ ਜਵਾਬ ਦਿੱਤਾ ਮੇਰੇ ਬੱਚੇ ਕਿਹਨੇ ਪਾਲਣੇ ਆ, ਹੋ ਸਕਦਾ ਇਹ ਉੱਠੇ ਹੀ ਨਾ, ਤੇ ਜੇ ਮੈਂ ਵੀ ਮਰ ਗਈ ਨਿਆਣੇ ਕੌਣ ਪਾਲੇਗਾ, ਨਿਆਣਿਆਂ ਦਾ ਕੌਣ ਹੈ, ਪਰਿਵਾਰ ਕੌਣ ਸਾਂਭੇਗਾ, ਰਿਸ਼ਤੇਦਾਰੀਆਂ ਬਾਅਦ 'ਚ ਕੌਣ ਨਿਭਾਏਗਾ, ਮੇਰੇ ਤਾਂ ਬੱਚੇ ਰੁੱਲ ਜਾਣਗੇ। ਪਛਾਣ ਹਟ ਗਈ। ਬੱਚਿਆਂ ਨੂੰ ਕਿਹਾ, ਉਹ ਕਹਿੰਦੇ ਬਾਪੂ ਸਾਡਾ ਖਾ ਕੇ ਪੀ ਕੇ ਆਨੰਦ ਵਾਲੀ ਜ਼ਿੰਦਗੀ ਭੋਗ ਕੇ ਮਰਿਆ, ਵੀ ਐਸੀ ਤਾਂ ਜੇ ਜ਼ਿੰਦਗੀ ਦੇਖਣੀ ਹੈ, ਦੁਨੀਆ ਦੇਖਣੀ ਹੈ, ਆਪਾਂ ਕਿਉਂ ਜਾਈਏ। ਕਬੀਰ ਸਾਹਿਬ ਨੇ ਨਾ ਉਹੀ ਪਾਣੀ ਉਹਦੇ ਮੂੰਹ ਤੇ ਡੋਲਿਆ, ਕਹਿੰਦੇ ਉੱਠ, ਤਾਂ ਖੜਾ ਹੋਇਆ, ਕਹਿੰਦਾ ਮੈਨੂੰ ਅਸਲੀਅਤ ਪਤਾ ਲੱਗੀ ਹੈ। ਅਸਲ ਦੇ ਵਿੱਚ ਕੀ ਹੁੰਦਾ, ਜਦੋਂ ਤੱਕ ਤੁਸੀਂ ਹੋ ਕੁਝ ਕਰਨ ਦੇ ਯੋਗ ਹੋ, ਲੋਕ ਨਾ ਨਿੰਬੂ ਵਾਂਗੂ ਤੁਹਾਨੂੰ ਨਿਚੋੜਦੇ ਆ, ਭਾਵੇਂ ਤੁਹਾਡਾ ਪਰਿਵਾਰ ਹੀ ਕਿਉਂ ਨਾ ਹੋਵੇ, ਰਿਸ਼ਤੇਦਾਰ ਹੀ ਕਿਉਂ ਨਾ ਹੋਣ, ਉਦੋਂ ਤੱਕ ਉਹ ਛੱਡਦੇ ਨਹੀਂ ਜਦੋਂ ਤੱਕ ਨਿੰਬੂ ਵਾਂਗੂ ਨਿਚੋੜ ਨਾ ਲੈਣ। ਤੁਸੀਂ ਕਦੇ ਦੇਖਿਆ ਨਾ, ਗੰਨੇ ਜਿਹੜੇ ਹੁੰਦੇ ਨੇ ਉਹ ਜਦੋਂ ਰੋਹ ਕੱਢਣ ਵਾਲੀ ਜਿਹੜੀ ਮਸ਼ੀਨ ਹੁੰਦੀ ਹੈ ਉਹਦੇ 'ਚ ਪਾਏ ਜਾਂਦੇ ਨੇ ਵੇਲਣੇ ਦੇ ਵਿੱਚ, ਤੇ ਤੁਸੀਂ ਧਿਆਨ ਮਾਰ ਕੇ ਵੇਖੋ, ਉਦੋਂ ਤੱਕ ਉਹ ਵਿਚਾਰਾ ਉਹਨਾਂ ਦਾ ਖਹਿੜਾ ਨਹੀਂ ਛੱਡਦਾ ਜਦੋਂ ਤੱਕ ਉਹ ਖਿੱਲਰ ਨਾ ਜਾਣ। ਉਹ ਵਿਚਾਰੇ ਖਿੱਲਰੇ ਹੁੰਦੇ, ਬੁਰਾ ਹਾਲ ਹੁੰਦਾ, ਫਿਰ ਹੀ ਮਰੋੜ ਕੇ ਵਿੱਚ ਪਾਈ ਜਾਏਗਾ ਵੀ ਹੁਣ ਇਹਦੇ 'ਚੋਂ ਕੀ ਕੱਢਣਾ ਤੂੰ। ਐਦਾਂ ਹੀ ਅਸਲ ਮਾਇਨੇ ਦੇ ਵਿੱਚ ਮੋਹ ਹੈ। ਅਸੀਂ ਨਾ ਸਾਰੇ ਮੋਹ ਦੀਆਂ ਤੰਦਾਂ ਨਾਲ ਬੱਝੇ ਹੋਏ ਹਾਂ। ਇਹ ਮੋਹ ਜਿਹੜਾ ਨਾ ਸਾਨੂੰ ਨਿਚੋੜਦਾ ਚੰਗੀ ਤਰ੍ਹਾਂ, ਸਾਨੂੰ ਛੱਡਦਾ ਉਦੋਂ ਹੈ ਜਦੋਂ ਸਾਡੇ ਪੱਲੇ ਹੀ ਕੱਖ ਨਹੀਂ ਰਹਿੰਦਾ, ਫਿਰ ਆਪਾਂ ਕਿਸੇ ਜੋਗੇ ਹੁੰਦੇ ਹੀ ਨਹੀਂ, ਨਾ ਆਪਾਂ ਗਾਂਹ ਜੋਗੇ ਹੁੰਦੇ ਨਾ ਪਛਾਂ ਜੋਗੇ ਹੁੰਦੇ। ਕਬੀਰ ਸਾਹਿਬ ਨੇ ਨਾ ਇਹਨਾਂ ਸਲੋਕਾਂ 'ਚ ਜ਼ਿੰਦਗੀ ਦੱਸੀ ਹੈ ਕਿ ਬੰਦਿਆ ਆਪਣੀ ਜ਼ਿੰਦਗੀ ਵੱਲ ਵੀ ਧਿਆਨ ਦੇ। ਹੁਣ ਕਬੀਰ ਸਾਹਿਬ ਦਾ ਜਿਹੜਾ ਸਲੋਕ ਹੈ 21 ਨੰਬਰ ਦਾ, ਉਹਦੇ 'ਚ ਉਹ ਕਹਿੰਦੇ ਨੇ, ਕਬੀਰ ਸੂਖ ਨਾ ਇਹ ਜੁਗ ਕਰੇ ਜੋ ਬਹੁਤੇ ਮੀਤ। ਇਹ ਯੁੱਗ ਦਾ ਮਤਲਬ ਹੈ ਆ ਜਿਹੜਾ ਮਨੁੱਖਾ ਜਨਮ ਹੈ,
ਕਬੀਰ ਸਾਹਿਬ ਜੀ ਕਹਿੰਦੇ ਨੇ, ਦੀਨ ਨੂੰ ਭੁਲਾ ਕੇ ਇਨਸਾਨ ਦੂਣੀ ਦੇ ਪੈਰਾਂ ਵਿੱਚ ਡਿੱਗ ਪਿਆ ਹੈ, ਜਿਸ ਦੀ ਵਜ੍ਹਾ ਕਰਕੇ ਇਹਨੇ ਨਾ ਬਹੁਤ ਜ਼ਿਆਦਾ ਮਿੱਤਰ ਇਕੱਠੇ ਕਰ ਲਏ ਨੇ। ਉਹਨਾਂ ਵਿੱਚੋਂ ਉਹਨਾਂ ਦੀ ਪਤਨੀ, ਉਹਨਾਂ ਦੇ ਬੱਚੇ, ਉਹਨਾਂ ਦਾ ਪਰਿਵਾਰ, ਉਹਨਾਂ ਦੇ ਰਿਸ਼ਤੇਦਾਰ, ਸਾਕ ਸੰਬੰਧੀ, ਮਿੱਤਰ, ਸੱਜਣ, ਦੋਸਤ ਸਾਰੇ ਆ ਗਏ। ਇਹ ਬਹੁਤ ਸਾਰੀ ਵੱਡੀ ਮਿੱਤਰਤਾ ਦਾ ਇੱਕ ਖਿਲਾਰਾ ਇਹਨੇ ਖਿਲਾਰ ਲਿਆ। ਪਰ ਕਬੀਰ ਸਾਹਿਬ ਜੀ ਕਹਿੰਦੇ ਨੇ, ਮੋਹ ਦੇ ਵਿੱਚ ਐਸਾ ਪੈ ਗਿਆ, ਇਹਨੂੰ ਨਾ ਭੁਲੇਖਾ ਪੈ ਗਿਆ ਵੀ ਇਹਨਾਂ ਤੋਂ ਹੀ ਮੈਨੂੰ ਸੁੱਖ ਮਿਲਣੇ, ਵੀ ਇਹ ਮੇਰੇ ਸੁੱਖ ਹੈ, ਇਹ ਮੇਰੇ ਬੁਢੇਪੇ ਦੀ ਡੰਗੋਰੀ ਹੈ, ਮੇਰੇ ਲਈ ਬਹੁਤ ਕੁਝ ਕਰਨਗੇ, ਮੇਰੇ ਅੰਨੇ ਦੀਆਂ ਅੱਖਾਂ ਨੇ। ਕਬੀਰ ਸਾਹਿਬ ਕਹਿੰਦੇ ਇਹਨੂੰ ਭੁਲੇਖਾ ਪੈ ਗਿਆ। ਭੁਲੇਖੇ ਦੇ ਸ਼ਿਕਾਰ ਵਿੱਚ ਪੈ ਕੇ ਇਸ ਇਨਸਾਨ ਨੇ ਮੋਹ ਜਿਹੜਾ ਨਾ, ਉਹਨੂੰ ਆਪਣੇ ਆਸੇ ਪਾਸੇ ਇੱਕ ਰੱਸਿਆਂ ਦੀ ਤਰ੍ਹਾਂ ਲਪੇਟ ਲਿਆ। ਹੁਣ ਉਹ ਜਿਹੜੇ ਮੋਹ ਦੇ ਰੱਸੇ ਨੇ, ਉਹ ਇਹਨੂੰ ਛੱਡਣ ਨੂੰ ਤਿਆਰ ਨਹੀਂ, ਤੇ ਇਹ ਬੰਦਾ ਸੁਖੀ ਹੋ ਹੀ ਨਹੀਂ ਰਿਹਾ, ਦੁਖੀ ਹੈ। ਦੁਖੀ ਸੀ, ਦੁਖੀ ਜਾਏਗਾ ਦੁਨੀਆ ਤੋਂ। ਕਬੀਰ ਸੂਖ ਨਾ ਇਹ ਜੁਗ, ਇਸ ਜਨਮ ਦੇ ਵਿੱਚ ਆ ਜਿਹੜੀਆਂ ਮੋਹ ਦੀਆਂ ਤੰਦਾਂ ਬੰਨ੍ਹ ਲਈਆਂ ਨੇ ਨਾ ਆਪਣੇ ਪੱਲੇ, ਇਹਨਾਂ ਦੀ ਵਜ੍ਹਾ ਦੇ ਕਰਕੇ ਤੈਨੂੰ ਕਦੇ ਵੀ ਸੁੱਖ ਨਹੀਂ ਮਿਲਣਾ, ਤੈਨੂੰ ਆਤਮਿਕ ਆਨੰਦ ਨਹੀਂ ਮਿਲਣਾ, ਤੂੰ ਕਲਪਦਾ ਰਹੇਗਾ। ਕਰੇ ਜੋ ਬਹੁਤੇ ਮੀਤ, ਆ ਜਿਹੜਾ ਇੰਨਾ ਖਲਾਰਾ ਖਲਾਰ ਕੇ ਬੈਠਾ ਨਾ, ਤੂੰ ਕਹਿੰਦਾ ਮੈਨੂੰ ਰੱਬ ਦੀ ਲੋੜ ਨਹੀਂ, ਗੁਰੂ ਦੀ ਲੋੜ ਨਹੀਂ, ਸਭ ਕੁਝ ਇਹੀ ਹੈ। ਤੈਨੂੰ ਪਤਾ ਉਦੋਂ ਲੱਗਣਾ ਜਦੋਂ ਤੇਰੇ ਪੱਲੇ ਹੀ ਕੱਖ ਨਾ ਰਿਹਾ। ਜੋ ਚਿੱਤ ਰੱਖੇ ਏਕ ਸਿਉ, ਹੁਣ ਦੂਸਰੀ ਗੱਲ ਕਰਦੇ ਨੇ, ਜਿਹੜੇ ਚਿੱਤ ਰੱਖਦੇ ਨੇ ਇੱਕ ਨਿਰੰਕਾਰ ਨਾਲ ਤੇ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦੇ ਆ। ਦੋ ਤਰ੍ਹਾਂ ਦੇ ਲੋਕ ਹੈ, ਇੱਕ ਵਿੱਚ ਹੀ ਵੜ ਗਏ, ਖਚਤ ਹੋ ਗਏ, ਭੁੱਲ ਗਏ ਸਭ ਕੁਝ। ਇੱਕ ਜਿਨ੍ਹਾਂ ਨੇ ਜ਼ਿੰਮੇਵਾਰੀਆਂ ਨਿਭਾਈਆਂ, ਨਿਰੰਕਾਰ ਨੂੰ ਵੀ ਯਾਦ ਰੱਖਿਆ। ਜੋ ਚਿੱਤ ਰਾਖੇ ਏਕ ਸਿਉ ਤੇ ਸੁਖ ਪਾਵੇਂ ਨੀਤ, ਉਹ ਤਾਂ ਨਿਤ ਨਿਤ ਸੁਖੀ ਹੁੰਦੇ ਨੇ, ਨਿਤ ਨਿਤ ਸੁਖੀ ਹੁੰਦੇ ਨੇ, ਆਤਮਕ ਆਨੰਦ ਵਿੱਚ ਜਿਉਂਦੇ ਨੇ। ਉਹਨਾਂ ਨੂੰ ਇਦਾਂ ਲੱਗਦਾ ਹੁੰਦਾ ਵੀ ਜਿਵੇਂ ਨਾ ਖੁਸ਼ਬੂ ਫੈਲੀ ਹੋਈ ਹੈ, ਫੁੱਲ ਖਿੜੇ ਹੋਏ ਹੈ, ਕੁਦਰਤ ਗਾ ਰਹੀ ਹੈ, ਕੁਦਰਤ ਨੱਚ ਰਹੀ ਹੈ, ਕੁਦਰਤ ਹੱਸ ਰਹੀ ਹੈ, ਮੈਂ ਆਨੰਦ ਮਾਣ ਰਿਹਾ ਔਰ ਮੇਰੇ ਨਾ ਪਰ ਲੱਗੇ ਹੋਏ ਨੇ ਤੇ ਮੈਂ ਆਕਾਸ਼ ਵਿੱਚ ਉੱਡ ਰਿਹਾ। ਸਮਰਪਣ ਦੀ ਭਾਵਨਾ ਆ ਗਈ, ਉਹ ਇੰਨਾ ਕੁ ਜੁੜ ਜਾਂਦਾ। ਦੂਸਰਾ ਜਿਹੜਾ, ਉਹ ਇੰਨਾ ਪਰਿਵਾਰ ਨਾਲ ਜੁੜ ਜਾਂਦਾ, ਉਹਨੂੰ ਇਦਾਂ ਲੱਗਦਾ ਮੈਂ ਸਵੇਰੇ ਵੀ ਚਿੰਤਾ 'ਚ, ਮੈਂ ਸ਼ਾਮ ਨੂੰ ਵੀ ਚਿੰਤਾ 'ਚ, ਮੇਰੇ ਸਿਰ ਤੇ ਬੋਝ ਦੀਆਂ ਪੰਡਾਂ ਵੱਜੀਆਂ ਨੇ, ਮੈਂ ਡਿਪਰੈਸ਼ਨ 'ਚ ਚਲਾ ਗਿਆ ਹਾਂ, ਮੇਰਾ ਬੁਰਾ ਹਾਲ ਹੈ। ਉਹ ਰੋਂਦਾ ਹੀ ਰਹਿੰਦਾ ਹੈ। ਦੂਸਰੇ ਪਾਸੇ ਜਿਹੜਾ ਦੂਸਰਾ ਹੈ, ਜੋ ਚਿੱਤ ਰਾਖੇ ਏਕ ਸਿਉ, ਉਹ ਹੱਸਦਾ ਹੀ ਰਹਿੰਦਾ ਹੈ। ਉਹ ਕਹਿੰਦਾ ਹੈ ਸਤ ਚਿੱਤ ਆਨੰਦ ਹੈ, ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ। ਹੁਣ ਚੂਜ਼ ਤੁਸੀਂ ਕਰਨਾ ਕਿ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ। ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ, ਜਪਜੀ ਨਹੀਂ ਭੁੱਲਣੀ ਚਾਹੀਦੀ, ਸੁਖਮਨੀ ਸਾਹਿਬ ਨਹੀਂ ਭੁੱਲਣੀ ਚਾਹੀਦੀ, ਗੁਰੂ ਨਾਨਕ ਨਹੀਂ ਭੁੱਲਣਾ ਚਾਹੀਦਾ ਕਿ ਉਹ ਜ਼ਿੰਦਗੀ ਜਿਉਣੀ ਹੈ ਕਿ ਇਕੱਲਾ ਇੱਕੋ ਪਾਸੇ ਹੀ ਰਹੇ ਤੇ ਸਭ ਕੁਝ ਖਤਮ ਕਰ ਲਿਆ। ਹੁਣ ਇਹ ਮੋਹ ਦੀਆਂ ਤੰਦਾਂ ਦੀ ਗੱਲ ਹੈ। ਅਗਲਾ ਜਿਹੜਾ ਸ਼ਲੋਕ ਹੈ 22 ਨੰਬਰ, ਕਹਿੰਦੇ ਨੇ, ਕਬੀਰ ਜਿਸ ਮਰਨੇ ਤੇ ਜਗ ਡਰੈ। ਅਸਲ ਮੌਤ ਪਤਾ ਕੀ ਹੁੰਦੀ ਹੈ? ਰੱਬ ਵੱਲੋਂ ਮਰ ਜਾਣਾ, ਨਿਰੰਕਾਰ ਵੱਲੋਂ ਮਰ ਜਾਣਾ, ਨਿਰੰਕਾਰ ਵੱਲੋਂ ਮੂੰਹ ਫੇਰ ਲੈਣਾ, ਸੱਚਾਈ ਵੱਲੋਂ ਮੂੰਹ ਫੇਰ ਲੈਣਾ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਜਿਸ ਮਰਨੇ ਤੇ ਜਗ ਡਰੈ। ਲੋਕ ਨਾ ਮੋਹ ਦੀਆਂ ਤੰਦਾਂ ਨੂੰ ਤੋੜਨ ਤੋਂ ਬਹੁਤ ਡਰਦੇ, ਬੜਾ ਘਬਰਾਉਂਦੇ। ਇਸ ਲਈ ਬਹੁਤ ਵਾਰ ਇਨਸਾਨ, ਤੁਸੀਂ ਦੇਖਿਆ ਹੋਣਾ, ਗਲਾਂ ਦੇ ਵਿੱਚ ਫਾਹ ਪਾ ਕੇ ਮਰਦਾ ਕੌਣ ਹੈ? ਕੌਣ? ਸੁਸਾਈਡ ਕੌਣ ਕਰਦਾ ਹੈ? ਕੌਣ? ਕਈ ਵਾਰ ਨਹੀਂ, ਬਹੁਤ ਵਾਰ ਐਸਾ ਹੁੰਦਾ ਹੈ, ਲੋਕ ਆਪਣੀ ਜ਼ਿੰਦਗੀ ਖਤਮ ਕਰ ਜਾਂਦੇ ਨੇ ਕਿਸੇ ਦੂਸਰੇ ਦੀ ਲਈ। ਪਰ ਉਹਦਾ ਫਾਇਦਾ ਕਿਹਨੂੰ ਹੁੰਦਾ? ਤੁਹਾਨੂੰ ਨਹੀਂ। ਤੁਸੀਂ ਤਾਂ ਮਰ ਗਏ, ਖਤਮ ਹੋ ਗਏ, ਤੁਸੀਂ ਤਾਂ ਆਪਣੀ ਜ਼ਿੰਦਗੀ ਸਮਾਪਤ ਕਰਕੇ। ਰੱਬ ਨੇ ਤੁਹਾਨੂੰ ਇੱਕ ਬੜਾ ਪਿਆਰਾ ਮੌਕਾ ਦਿੱਤਾ ਸੀ, ਤੁਸੀਂ ਉਹਨੂੰ ਨਹੀਂ ਸਾਂਭਿਆ। ਅਸਲ ਮੌਤ ਉਹ ਨਹੀਂ। ਅਸਲ ਮੌਤ ਪਤਾ ਕੀ ਹੁੰਦੀ ਹੈ? ਮੋਹ ਦੀਆਂ ਤੰਦਾਂ ਵੱਲੋਂ ਮਰ ਜਾਣਾ, ਮੋਹ ਦੀਆਂ ਤੰਦਾਂ ਵੱਲੋਂ ਮਰ ਜਾਣਾ, ਲਾਲਸਾਵਾਂ ਵੱਲੋਂ ਮਰ ਜਾਣਾ। ਜਿਹੜਾ ਬੰਦਾ ਉਸ ਪੱਖ ਤੇ ਪੈਰ ਰੱਖ ਲੈਂਦਾ ਹੈ, ਜਿਵੇਂ ਭਾਈ ਗੁਰਦਾਸ ਸਾਹਿਬ ਨੇ ਕਿਹਾ, ਜਿਹੜਾ ਬੰਦਾ ਸਿੱਖੀ ਦੀ ਇਸ ਲੀਹ ਉੱਤੇ ਤੁਰਨਾ ਸ਼ੁਰੂ ਕਰ ਦਿੰਦਾ ਹੈ, ਅਸਲ ਮਾਇਨੇ ਵਿੱਚ ਉਹ ਆਨੰਦਮਈ ਜੀਵਨ ਜਿਉਂਦਾ ਹੈ। ਫਿਰ ਸੁਣਿਓ, ਕਬੀਰ ਜਿਸ ਮਰਨੇ ਤੇ ਜਗ ਡਰੈ, ਦੁਨੀਆ ਦੀ ਖਾਤਰ ਦੀਨ ਨੂੰ ਭਾਵ ਧਰਮ ਨੂੰ ਤਿਆਗ ਕੇ ਇਨਸਾਨ ਧਨ ਪਦਾਰਥ, ਆਪਣੇ ਬੱਚੇ, ਆਪਣੀ ਔਰਤ ਆਦਿਕ ਬਹੁਤ ਸਾਰੇ ਮਿੱਤਰ ਬਣਾਉਂਦਾ ਫਿਰਦਾ ਹੈ। ਤੇ ਕਬੀਰ ਸਾਹਿਬ ਕਹਿੰਦੇ ਇਹਨਾਂ ਤੋਂ ਸੁੱਖਾਂ ਦੀ ਆਸ ਵੀ ਬਹੁਤ ਰੱਖਦਾ ਹੈ, ਪਰ ਇਸ ਆਸ ਦੇ ਕਾਰਨ ਹੀ ਇਹਨਾਂ ਨਾਲੋਂ ਮੋਹ ਨਹੀਂ ਤੋੜ ਸਕਦਾ। ਹੁਣ ਕਬੀਰ ਸਾਹਿਬ ਦਾ ਫੈਸਲਾ ਸੁਣਿਓ। ਉਹ ਕਹਿੰਦੇ ਨੇ
ਜਿਸ ਮਰਨੇ ਤੇ ਜਗ ਡਰੈ। ਕਹਿੰਦੇ ਹੇ ਕਬੀਰ, ਜਿਸ ਮੋਹ ਦੇ ਤਿਆਗ ਰੂਪ ਮੌਤ ਤੋਂ ਦੁਨੀਆ ਡਰਦੀ ਹੈ। ਮੇਰਾ ਮਨ ਆਨੰਦ, ਉਸ ਨਾਲ ਮੇਰੇ ਮਨ ਵਿੱਚ ਤਾਂ ਆਨੰਦ ਪੈਦਾ ਹੋ ਰਿਹਾ, ਖੁਸ਼ੀ ਹੋ ਰਹੀ। ਮੈਂ ਚਾਹੁੰਦਾ ਮੈਂ ਮਰਾਂ, ਮੈਂ ਚਾਹੁੰਦਾ ਮੈਂ ਮਰਾਂ, ਕਿਉਂਕਿ ਇਹ ਮੌਤ ਹੀ ਆਨੰਦ ਦੇਗੀ, ਇਹ ਮੌਤ ਹੀ ਖੁਸ਼ੀ ਦੇਗੀ। ਇਹ ਸਰੀਰ ਦੀ ਮੌਤ ਨਹੀਂ ਪਿਆਰਿਓ, ਇਹ ਮੌਤ ਹੈ ਤੁਹਾਡੇ ਅੰਦਰ ਬਣੇ ਹੋਏ ਇੱਕ ਭਰਮ ਦੀ, ਤੁਹਾਡੇ ਅੰਦਰ ਬਣੇ ਹੋਏ ਇੱਕ ਵਹਿਮ ਦੀ ਕਿ ਸਾਰਾ ਕੁਝ ਆਈ ਹੈ। ਨਹੀਂ, ਨਿਰੰਕਾਰ ਦੱਸਦਾ ਸਾਰਾ ਕੁਝ ਇਹ ਨਹੀਂ, ਇਹ ਤਾਂ ਤੇਰੀਆਂ ਇੱਕ ਖੇਡਾਂ ਨੇ। ਤੂੰ ਖੇਡਾਂ ਦੇ ਵਿੱਚ ਐਸਾ ਪਰਚ ਗਿਆ, ਤੂੰ ਅਗਾਂਹ ਜਾ ਹੀ ਨਹੀਂ ਸਕਿਆ। ਜਿਵੇਂ ਬੱਚਾ ਰੋਂਦਾ ਹੋਵੇ ਨਾ, ਰੋਂਦਾ ਹੋਵੇ, ਬੱਚੇ ਨੂੰ ਭੁੱਖ ਵੀ ਲੱਗੀ ਹੋਵੇ ਕਈ ਵਾਰ, ਤੇ ਰੋਂਦੇ ਹੋਏ ਬੱਚੇ ਨੂੰ ਮਾਂ ਪਰਚਾ ਕੇ ਖਿਡੌਣੇ ਦੇ ਦਿੰਦੀ ਹੈ, ਕਈ ਸਾਰੀਆਂ ਚੀਜ਼ਾਂ ਦੇ ਦਿੰਦੀ ਹੈ। ਬੱਚਾ ਕੁਝ ਚਿਰ ਉਹਨਾਂ ਵਿੱਚ ਬਿਲਕੁਲ ਰੰਗੀਨ ਹੋ ਜਾਂਦਾ, ਰੰਗਿਆ ਜਾਂਦਾ, ਖੇਡਾਂ 'ਚ ਮਸਤ ਹੋ ਜਾਂਦਾ। ਉਹਨੂੰ ਮਾਂ ਭੁੱਲ ਜਾਂਦੀ ਹੈ ਤੇ ਉਹਨੂੰ ਦੁੱਧ ਵੀ ਭੁੱਲ ਜਾਂਦਾ। ਅਸਲ 'ਚ ਬੰਦੇ ਨਾਲ ਵੀ ਇਹੀ ਕੁਝ ਹੋਇਆ। ਮਿਲਣਾ ਤਾਂ ਆਤਮਕ ਆਨੰਦ ਸੀ, ਬੰਦਾ ਛੋਟੀਆਂ ਛੋਟੀਆਂ ਚੀਜ਼ਾਂ ਦੇ ਪਿੱਛੇ ਹੀ ਪਿਆ ਰਿਹਾ। ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਇਹ ਭਰਮ ਦੀ ਮੌਤ ਮਰਨ ਤੋਂ ਬਾਅਦ ਹੀ ਤਾਂ ਪੂਰਨ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ। ਭਾਵ ਇਨਸਾਨ ਆਨੰਦਮਈ ਜੀਵਨ ਜਿਉਣਾ ਸ਼ੁਰੂ ਕਰ ਦਿੰਦਾ, ਉਹਨੂੰ ਆਪਣੀ ਜ਼ਿੰਦਗੀ ਦਾ ਸਹੀ ਮਾਇਨਾ ਪਤਾ ਲੱਗ ਜਾਂਦਾ, ਸਹੀ ਤਰ੍ਹਾਂ ਜ਼ਿੰਦਗੀ ਜਿਉਣ ਦਾ ਚੱਜ ਅਚਾਰ ਆ ਜਾਂਦਾ। 23 ਨੰਬਰ ਸ਼ਲੋਕ ਵਿੱਚ ਕਹਿੰਦੇ ਨੇ, ਰਾਮ ਪਦਾਰਥ ਪਾਏ ਕੈ। ਕਹਿੰਦੇ ਜਦੋਂ ਮੋਹ ਦੀਆਂ ਤੰਦਾਂ ਟੁੱਟ ਜਾਣ ਤੇ ਤੈਨੂੰ ਵਾਹਿਗੁਰੂ ਦੇ ਘਰ ਦੀ ਸੱਚੀ ਦੌਲਤ ਮਿਲ ਜਾਏ, ਤੈਨੂੰ ਆਤਮਕ ਆਨੰਦ ਮਿਲ ਜਾਏ, ਤੂੰ ਖਿੜਿਆ ਰਹੇ, ਤੂੰ ਹੱਸਦਾ ਰਹੇ, ਤੇਰੀ ਜ਼ਿੰਦਗੀ ਦੇ ਵਿੱਚ ਸੁੱਖ ਹੋਵੇ, ਤੇਰੀ ਜ਼ਿੰਦਗੀ 'ਚ ਆਨੰਦ ਹੋਵੇ, ਤੇਰੀ ਜ਼ਿੰਦਗੀ 'ਚ ਸ਼ੁਕਰਾਨਾ ਹੋਵੇ, ਸਮਰਪਣ ਹੋਵੇ, ਤੂੰ ਅੰਦਰੋਂ ਬਾਹਰੋਂ ਭਰ ਜਾਏ ਉਹਦੇ ਆਨੰਦ ਨਾਲ। ਰਾਮ ਪਦਾਰਥ, ਇਹ ਰਾਮ ਪਦਾਰਥ ਹੈ। ਪਾਏ ਕਹਿ, ਜਦੋਂ ਤੂੰ ਪਾ ਲਵੇਂ। ਕਬੀਰਾ ਗਾਂਠ ਨਾ ਖੋਲ। ਕਬੀਰ ਸਾਹਿਬ ਕਹਿੰਦੇ ਨੇ ਫਿਰ ਇਹ ਜਿਹੜੀ ਗਠੜੀ ਹੈ ਨਾ, ਇਹ ਜਗ੍ਹਾ ਜਗ੍ਹਾ ਤੇ ਨਾ ਖੋਲਦਾ ਫਿਰੀ ਵੀ ਮੈਂ ਕੁਛ ਪਾਲਿਆ, ਮੈਂ ਕੁਛ ਪਾਲਿਆ, ਜਿਨ੍ਹਾਂ ਰਪਾਇਆ ਤੇ ਨਾ ਛਪਾਇਆ, ਰੌਲਾ ਨਾ ਪਾਉਂਦਾ ਫਿਰੀ। ਭਲਾ ਕਿਉਂ? ਕਿਉਂਕਿ ਕਬੀਰ ਸਾਹਿਬ ਕਹਿੰਦੇ ਨਹੀਂ ਪੱਟਣ। ਕੋਈ ਇੱਥੇ ਐਸਾ ਸ਼ਹਿਰ ਨਹੀਂ ਹੈ, ਕੋਈ ਐਸੀ ਮੰਡੀ ਨਹੀਂ ਹੈ, ਨਹੀਂ ਪਾਰਖੂ, ਕੋਈ ਇੱਥੇ ਪਰਖ ਕਰਨ ਵਾਲਾ ਨਹੀਂ ਹੈ ਤੇਰੇ ਇਸ ਰਾਮ ਪਦਾਰਥ ਦੀ। ਨਹੀਂ ਗਾਹਕ ਤੇ ਨਾ ਕੋਈ ਲੈਣ ਵਾਲਾ ਗਾਹਕ ਹੈ, ਨਹੀਂ ਮੋਲ ਤੇ ਨਾ ਕੋਈ ਇਹਦਾ ਮੁੱਲ ਦੇਣ ਨੂੰ ਤਿਆਰ ਹੈ। ਕਬੀਰ ਸਾਹਿਬ ਕਹਿੰਦੇ ਕਿੰਨਾ ਲੋਕਾਂ ਦੇ ਸਾਹਮਣੇ ਆਪਣੀ ਗੰਠੜੀ ਫੋਲਦਾ ਫਿਰਦਾ, ਕਿੰਨਾ ਲੋਕਾਂ ਨੂੰ ਦੱਸਦਾ ਫਿਰਦਾ, ਇੱਥੇ ਕੋਈ ਸਮਝਣ ਵਾਲਾ ਨਹੀਂ ਤੈਨੂੰ। ਜੇ ਤੂੰ ਕੁਝ ਪਾਲਿਆ, ਅੱਧੀ ਦੁਨੀਆ ਤੈਨੂੰ ਪਾਗਲ ਹੀ ਕਹੇਗੀ, ਅੱਧੀ ਦੁਨੀਆ ਤੈਨੂੰ ਝੱਲਾ ਕਮਲਾ ਹੀ ਕਹੇਗੀ, ਕਿਉਂਕਿ ਲੋਕਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਹੋਣੀ। ਲੋਕ ਤਾਂ ਕੱਚ ਵਿਹਾਜਦੇ ਫਿਰਦੇ ਆ, ਉਹਨਾਂ ਨੂੰ ਸੱਚ ਦਾ ਕੀ ਪਤਾ, ਉਹਨਾਂ ਨੂੰ ਹੀਰਿਆਂ ਦਾ ਕੀ ਪਤਾ। ਜਿਨ੍ਹਾਂ ਨੂੰ ਆਰਟੀਫਿਸ਼ੀਅਲ ਗਹਿਣੇ ਪਾਉਣ ਦਾ ਸ਼ੌਂਕ ਚੜ੍ਹ ਜਾਵੇ, ਉਹਨਾਂ ਨੂੰ ਕੀ ਪਤਾ ਵੀ ਜਿਹੜੇ ਓਰੀਜਨਲ ਹੁੰਦੇ ਨੇ ਉਹਨਾਂ ਦੇ ਪਾਏ ਦਾ ਆਨੰਦ ਕੀ ਹੁੰਦਾ। ਜੇ ਤੂੰ ਕੁਝ ਪਾਲਿਆ ਨਾ ਤੇ ਦੁਨੀਆ 'ਚ ਢੰਡੋਰਾ ਨਾ ਪਿੱਟਦਾ ਫਿਰ ਕਿ ਮੈਂ ਕੁਝ ਪਾਲਿਆ। ਲੋਕ ਇੱਥੇ ਤੇਰੀ ਕਦਰ ਕਰਨ ਵਾਲੇ ਨਹੀਂ ਹੈ, ਤੇ ਨਾ ਤੂੰ ਇਹ ਆਸ ਰੱਖ ਕਿ ਲੋਕ ਤੇਰੀ ਕਦਰ ਕਰਨ, ਲੋਕ ਤੇਰਾ ਮੁੱਲ ਪਾਉਣ, ਲੋਕ ਤੇਰੇ ਗਲਾਂ 'ਚ ਫੁੱਲਾਂ ਦੇ ਹਾਰ ਪਾਉਣ। ਜੇ ਤੂੰ ਇਹ ਸੋਚ ਕੇ ਬੈਠਾ ਹੋਇਆ ਨਾ ਤਾਂ ਤੂੰ ਗਲਤ ਹੈ। ਆਪਣੀ ਆਨੰਦਮਈ ਜ਼ਿੰਦਗੀ ਜੀ, ਆਪਣੇ ਵਿੱਚ ਰਹਿ, ਆਪਣੀ ਜ਼ਿੰਦਗੀ ਦਾ ਆਨੰਦ ਮਾਣ, ਆਪਣੇ ਅੰਦਰੋਂ ਹੀ ਰਸ ਲੈਂਦਾ ਰਿਹਾ ਕਰ, ਲੋਕਾਂ ਦੀ ਪਰਵਾਹ ਨਾ ਕਰਿਆ ਕਰ। ਹੁਣ ਕਬੀਰ ਸਾਹਿਬ ਨੇ 24 ਨੰਬਰ ਸ਼ਲੋਕ 'ਚ ਕਿਹਾ, ਕਬੀਰ ਤਾਂ ਸਿਉ ਪ੍ਰੀਤ ਕਰ, ਉਹਦੇ ਨਾਲ ਪਿਆਰ ਕਰ। ਕਿਹਦੇ ਨਾਲ? ਜਾਂ ਕੋ ਠਾਕੁਰ ਰਾਮ। ਇਹ ਦੁਨੀਆ ਨਾਲ ਨਹੀਂ, ਰੱਬ ਦੇ ਪਿਆਰਿਆਂ ਨਾਲ, ਜਿਨ੍ਹਾਂ ਦਾ ਮਾਲਕ ਇੱਕ ਠਾਕੁਰ ਅਕਾਲ ਪੁਰਖ ਵਾਹਿਗੁਰੂ ਆਪ ਹੈ। ਤਾਂ ਸਿਉ ਪ੍ਰੀਤ ਕਰ। ਜੇ ਤੂੰ ਕਿਸੇ ਨਾਲ ਜੁੜਨਾ ਨਾ, ਪਿਆਰ ਕਰਨਾ, ਤੇ ਰੱਬੀ ਪੁਰਸ਼ਾਂ ਨਾਲ, ਰੱਬ ਦੇ ਪਿਆਰਿਆਂ ਨਾਲ, ਅੰਦਰੋਂ ਬਾਹਰੋਂ ਭਿੱਜਿਆਂ ਹੋਇਆਂ ਦੇ ਨਾਲ ਜੁੜ, ਉਹਨਾਂ ਦੀ ਸੰਗਤ ਕਰ। ਪੰਡਤ ਰਾਜੇ ਭੂਪਤੀ ਆਵੇਂ ਕੌਣ ਨੇ ਕਾਮ। ਪਰ ਜੇ ਉਹ ਮੋਹ ਦੀਆਂ ਤੰਦਾਂ ਨਾਲ ਬੱਝੇ ਹੋਏ ਨੇ, ਭਾਵੇਂ ਉਹ ਵੱਡੇ ਤੋਂ ਵੱਡਾ ਪੰਡਤ ਹੋਵੇ, ਭਾਵੇਂ ਵੱਡੇ ਤੋਂ ਵੱਡਾ ਰਾਜਾ ਹੋਵੇ, ਭਾਵੇਂ ਵੱਡੇ ਤੋਂ ਵੱਡਾ ਭੂਪਤੀ ਜ਼ਮੀਨਦਾਰ ਹੋਵੇ, ਜੇ ਉਹ ਮੋਹ ਦੀਆਂ ਤੰਦਾਂ ਨਾਲ ਅੰਦਰ ਬੱਝੇ ਹੋਏ ਨੇ ਤੇ ਉਹ ਕਦੇ ਵੀ ਸਾਥ ਨਹੀਂ ਨਿਭਾਉਂਦੇ, ਉਹ ਕਦੇ ਵੀ ਕੰਮ ਨਹੀਂ ਆਉਂਦੇ ਨੇ। ਇਸ ਲਈ ਬੰਦਿਆ, ਕੇਵਲ ਉਹਨਾਂ ਨਾਲ ਪਿਆਰ ਕਰ ਜਿਨ੍ਹਾਂ ਦੇ ਅੰਦਰ ਕੁਝ ਹੈ। ਐਵੇਂ ਬਹੁਤੇ ਦੁਨੀਆਦਾਰੀ ਸਿਸਟਮ ਦੇ ਪਿੱਛੇ ਨਾ ਤੁਰਿਆ ਫਿਰ। ਇੱਥੇ ਸਾਰੇ ਆਪੋ ਆਪਣੇ ਗਰਜਾਂ ਦੇ ਮਾਰੇ ਹੋਏ ਨੇ, ਕਿਸੇ ਨੂੰ ਕਿਸੇ ਨਾਲ ਮਤਲਬ ਨਹੀਂ ਹੈ। 25 ਨੰਬਰ ਸ਼ਲੋਕ ਕਮਾਲ ਦਾ ਹੈ। ਕਹਿੰਦੇ ਨੇ, ਕਬੀਰ ਪ੍ਰੀਤ ਇੱਕ ਸਿਉ ਕੀਏ। ਕਹਿੰਦੇ ਨੇ ਦੁਨੀਆ ਵਾਲਾ ਜਿਹੜਾ ਸਹਿਮ ਹੈ ਨਾ, ਇਹ ਖਤਮ ਪਤਾ ਕਦੋਂ ਹੁੰਦਾ? ਆਣ ਦੁਬਦਾ ਜਾਏ, ਦੁਬਦਾ ਭਾਵ ਸਹਿਮ। ਇਹ ਖਤਮ ਕਦੋਂ ਹੁੰਦਾ ਜੀ? ਜਦੋਂ ਅਸੀਂ ਇੱਕ ਪਰਮਾਤਮਾ ਨਾਲ ਪਿਆਰ ਪਾ ਲੈਂਦੇ ਹਾਂ, ਜਦੋਂ ਨਿਰੰਕਾਰ ਨਾਲ ਪਿਆਰ ਪਾ ਲੈਂਦੇ ਹਾਂ। ਦੁਬਦਾ ਭਾਵ ਸਹਿਮ
ਖਤਮ ਹੋ ਜਾਂਦਾ ਹੈ। ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰਰ ਮੁੰਡਾਏ। ਕਬੀਰ ਸਾਹਿਬ ਕਹਿੰਦੇ ਨੇ ਜਦੋਂ ਤੱਕ ਪ੍ਰਮਾਤਮਾ ਨਾਲ ਤੇਰੀ ਪ੍ਰੀਤ ਨਹੀਂ ਨਾ ਜੁੜ ਜਾਂਦੀ ਪਿਆਰਿਆ, ਦੁਨੀਆ ਵਾਲੀ ਦੁਬਿਧਾ ਨਹੀਂ ਮਿਟ ਜਾਂਦੀ, ਉਦੋਂ ਤੱਕ ਜਿੰਨੇ ਮਰਜ਼ੀ ਪਖੰਡ ਕਰ ਲੈ, ਭਾਵੇਂ ਸਵਾਹ ਮਲ ਮਲ ਕੇ ਲੰਮੀਆਂ ਲੰਮੀਆਂ ਜੜਾਵਾਂ ਬਣਾ ਲੈ, ਤੇ ਭਾਵੇਂ ਉੱਕਾ ਹੀ ਜਿਹੜਾ ਤੇਰਾ ਸਿਰ ਹੈ ਰੋੜ ਮੋੜ ਕਰ ਲਾ, ਭਾਵ ਕਿ ਆਪਣੇ ਸਿਰ ਨੂੰ ਮਨਾਈ ਫਿਰ, ਭਾਵੇਂ ਟਿੰਡ ਕੱਢੀ ਫਿਰ, ਤੇ ਭਾਵੇਂ ਵੱਡੀਆਂ ਵੱਡੀਆਂ ਜਟਾਵਾਂ ਬਣਾਈ ਫਿਰ, ਜਦੋਂ ਤੱਕ ਤੇਰੇ ਅੰਦਰ ਸੱਚ ਮੌਜੂਦ ਨਹੀਂ ਹੈ, ਜਦੋਂ ਤੱਕ ਤੇਰੇ ਅੰਦਰੋਂ ਦੁਬਿਧਾ ਖਤਮ ਨਹੀਂ ਹੋਈ, ਮੋਹ ਦੀਆਂ ਤੰਦਾਂ ਖਤਮ ਨਹੀਂ ਹੋਈਆਂ, ਰੱਬ ਦੇ ਪ੍ਰਤੀ ਪਿਆਰ ਪੈਦਾ ਨਹੀਂ ਹੋਇਆ, ਉਹਦੇ ਨਾਲ ਪ੍ਰੀਤ ਨਹੀਂ ਤੇਰੀ ਬਣੀ, ਤਾਂ ਇਹ ਪਖੰਡੀ ਹੈ। ਜਿੰਨੇ ਮਰਜ਼ੀ ਕਰੀ ਜਾ, ਇਸ ਤਰ੍ਹਾਂ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਖੁਸ਼ ਨਹੀਂ ਹੋਣ ਲੱਗਾ। ਸੁਭਾਓ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਬੜੀਆਂ ਕਮਾਲ ਦੀਆਂ ਨੇ, ਇਹਨਾਂ ਨੂੰ ਸਮਝੀਏ, ਵਿਚਾਰੀਏ, ਤੇ ਆਪਣਾ ਜਿਹੜਾ ਜੀਵਨ ਹੈ ਉਹ ਗੁਰੂ ਆਸ਼ੇ ਮੁਤਾਬਕ ਜੀਏ, ਤੇ ਕਬੀਰ ਸਾਹਿਬ ਨੇ ਜੋ ਕਿਹਾ ਉਹਨੂੰ ਆਪਣੇ ਪੱਲੇ ਬਣ ਕੇ ਇਸ ਜ਼ਿੰਦਗੀ ਦਾ ਆਨੰਦ ਮਾਣ ਕੇ ਜਾਈਏ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।